हाँ जी स्टूडेंट, वेलकम बैक अवर यूट्यूब चैनल GS बाय कृष्ण यादव। जी अज की क्लास अपनी है ये क्लास होनी है MCQs के उपर। MCQ किस नाल रिलेटेड ने? MCQ टॉपिक्स नाल रिलेटेड ने राष्ट्रपति के। असी कोशिश की है भी तुहानू IAS PCS ਜਾਂ सेंटर गौरमेंट के जिन्ने भी ਜਾਂ स्टेट गौरमेंट के जिन्ने भी एग्जाम होंगे नेगे ਉਹਦੇ ਵਿੱਚੋਂ ਅਸੀਂ ਇਹ ਕੁਝ ਕੁਐਸਚਨ ਸਿਲੈਕਟ ਕੀਤੇ ਨੇ ਜਿਹੜੇ ਰਾਸ਼ਟਰਪਤੀ ਦੇ ਟੌਪਿਕ ਨਾਲ ਰਿਲੇਟਡ ਨੇ। ਇਹ ਉਹਨਾਂ ਐਗਜ਼ਾਮ ਦੇ ਵਿੱਚ ਆ ਚੁੱਕੇ ਨੇ। IAS PCS ਅਲੱਗ-ਅਲੱਗ ਸਟੇਟਸ ਜਿਹੜੀਆਂ PCS ਹੋਏ ਨੇ ਉਹਨਾਂ ਦੇ ਵਿੱਚੋਂ ਕੁਐਸਚਨ ਲਏ ਗਏ ਨੇ ਇਹ। ਤੇ ਕੁਝ ਕੁਐਸਚਨਸ SSC ਵਗੈਰਾ ਦੇ ਵਿੱਚੋਂ, ਕੁਝ ਸਟੇਟ ਦੇ ਵਿੱਚੋਂ ਤੇ ਕੁਝ ਸੈਂਟਰ ਦੇ ਜਿਹੜੇ ਅਲੱਗ-ਅਲੱਗ ਐਗਜ਼ਾਮ ਹੋਏ ਨੇ ਉਹਦੇ ਵਿੱਚੋਂ ਅਸੀਂ ਇਹਨੂੰ ਕੀਤਾ ਹੈ। ਇਹ ਕਰੀਬ 70 ਦੇ ਕਰੀਬ ਕੁਐਸਚਨ ਨੇ ਜਿਹੜੇ ਓਨਲੀ ਰਾਸ਼ਟਰਪਤੀ ਦੇ ਨਾਲ ਹੀ ਰਿਲੇਟਡ ਨੇਗੇ। ਤਾਂ ਤੁਹਾਨੂੰ ਇਹ ਆਉਣ ਵਾਲੇ ਐਗਜ਼ਾਮ ਦੇ ਵਿੱਚ ਚਾਹੇ ਤੁਸੀਂ ਉਹ PCS ਦਾ ਐਗਜ਼ਾਮ ਦੇ ਰਹੇ ਹੋ ਜਾਂ ਤੁਸੀਂ ਪਟਵਾਰੀ ਦਾ ਐਗਜ਼ਾਮ ਦੇ ਰਹੇ ਹੋ ਜਾਂ ਤੁਸੀਂ ਕੋਈ ਵੀ ਐਗਜ਼ਾਮ ਦੇ ਰਹੇ ਹੋ, ਤੁਸੀਂ ਸੈਂਟਰ ਗੌਰਮੈਂਟ ਦੇ ਜਾਂ ਸਟੇਟ ਗੌਰਮੈਂਟ ਦਾ ਜੋ ਵੀ ਐਗਜ਼ਾਮ ਦੇ ਰਹੇ ਹੋ ਤਾਂ ਤੁਹਾਨੂੰ ਉਹ ਹੈਲਪ ਕਰਨਗੇ। ਠੀਕ ਹੈ, ਤਾਂ ਚਲੋ ਸਟਾਰਟ ਕਰਦੇ ਹਾਂ। ਪਰ ਸਟਾਰਟ ਕਰਨ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਅਜੇ ਤੱਕ ਤਾਂ ਪਲੀਜ਼ ਸਾਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ। ਤੇ ਜੇ ਤੁਹਾਨੂੰ ਵੀਡੀਓ ਪਸੰਦ ਆਉਂਦੀ ਹੈ ਤਾਂ ਇਹਨੂੰ ਲਾਈਕ ਕਰਨਾ ਜ਼ਰੂਰ ਤੇ ਸ਼ੇਅਰ ਜ਼ਰੂਰ ਕਰਨਾ ਇਹਨੂੰ। ਹਾਂਜੀ, ਸਭ ਤੋਂ ਪਹਿਲਾਂ ਸਟਾਰਟ ਕਰਦੇ ਹਾਂ। ਪਹਿਲਾ ਕੁਐਸਚਨ ਦੇਖੋ, ਭਾਰਤ ਦੇ ਰਾਸ਼ਟਰਪਤੀ ਦੀ ਚੋਣ ਦੇ ਸੰਦਰਭ ਵਿੱਚ ਨਿਮਨਲਿਖਿਤ ਕਥਨਾਂ 'ਤੇ ਵਿਚਾਰ ਕਰੋ। ਫਸਟ ਹੈ, ਹਰੇਕ MLA ਦੀ ਵੋਟ ਦਾ ਮੁੱਲ ਅਲੱਗ-ਅਲੱਗ ਹੁੰਦਾ ਹੈ। ਠੀਕ ਹੈ, ਲੋਕ ਸਭਾ ਦੇ ਮੈਂਬਰਾਂ ਦੀ ਵੋਟ ਦਾ ਮੁੱਲ ਰਾਜ ਸਭਾ ਦੇ ਮੈਂਬਰਾਂ ਦੀ ਵੋਟ ਦੇ ਮੁੱਲ ਤੋਂ ਜ਼ਿਆਦਾ ਹੁੰਦਾ ਹੈ। ਹੁਣ ਦੇਖੋ ਇਹਦੇ ਵਿੱਚ ਕੀ ਹੁੰਦਾ ਹੈ। ਫਸਟ ਪੁਆਇੰਟ ਜਿਹੜਾ ਆਪਾਂ ਥੋੜ੍ਹਾ ਡਿਸਕਸ ਕਰ ਲਈਏ ਇੱਥੇ। ਦੇਖੋ ਜਿਵੇਂ ਮੰਨ ਲਓ ਸਿੱਕਮ ਸਟੇਟ ਹੈ, ਪੰਜਾਬ ਸਟੇਟ ਹੈ ਅਤੇ ਉੱਤਰ ਪ੍ਰਦੇਸ਼ ਦੀ ਆਪਾਂ ਗੱਲ ਕਰ ਲਈਏ। ਹੁਣ ਜਿਹੜੇ ਇਹਨਾਂ ਦੇ MLA ਚੁਣੇ ਜਾਂਦੇ ਨੇ ਤਾਂ ਇਹਨਾਂ ਦੀ ਆਬਾਦੀ ਜਿਹੜੀ ਹੈ ਅਲੱਗ-ਅਲੱਗ ਹੈਗੀ। ਤਾਂ ਇਹਨਾਂ ਦੀ ਆਬਾਦੀ ਦੇ ਅਕੋਰਡਿੰਗ ਇਹਨਾਂ ਦੇ MLA ਦੀ ਜਿਹੜੀ ਵੋਟ ਦਾ ਜਿਹੜਾ ਮੁੱਲ ਹੋਊਗਾ, ਜਿਹੜੀ ਵੈਲਿਊ ਹੋਊਗੀ ਉਹ ਕੀ ਹੋਊਗੀ, ਅਲੱਗ-ਅਲੱਗ ਹੋਊਗੀ। ਠੀਕ ਹੈ, ਤਾਂ ਇਹ ਬਿਲਕੁਲ ਕੀ ਹੈ, ਸਹੀ ਆਨਸਰ ਹੈ। ਲੋਕ ਸਭਾ ਅਤੇ ਰਾਜ ਸਭਾ ਦੇ ਮੈਂਬਰਾਂ ਦੀ ਜਿਹੜੀ ਵੋਟ ਦਾ ਮੁੱਲ ਹੈ ਇਹ ਦੋਨਾਂ ਦਾ ਬਰਾਬਰ ਹੁੰਦਾ, ਇਸ ਕਰਕੇ ਇਹ ਆਪਸ਼ਨ ਬਣ ਜਾਊਗਾ ਗਲਤ। ਤਾਂ ਇੱਥੇ ਆਨਸਰ ਆ ਜਾਊਗਾ ਇਹਦਾ ਕੇਵਲ A। ਨੰਬਰ 2 ਕੁਐਸਚਨ ਦੇਖੋ। ਹੁਣ ਇਹਦੇ ਵਿੱਚ ਕੁਐਸਚਨ ਕਾਫੀ ਵੱਡਾ ਦਿਖਾ ਰੱਖਿਆ ਹੈ। 1997 ਦਾ ਕੁਐਸਚਨ ਹੈ ਇਹ ਕਹਿੰਦਾ ਵੀ ਜਿਹੜੀ ਰਾਸ਼ਟਰਪਤੀ ਦੀ ਇਲੈਕਸ਼ਨ ਹੁੰਦੀ ਹੈ ਇਹਦੇ ਵਿੱਚ ਇਹ ਕਿਸ ਸਾਲ ਦੀ ਜਨਗਣਨਾ ਦੇ ਅਨੁਸਾਰ ਜਿਹੜੀ ਸੰਖਿਆ ਨਿਸ਼ਚਿਤ ਕੀਤੀ ਗਈ ਹੈ ਵੀ MP ਵੋਟ ਪਾਉਣਗੇ, MLAs ਵੋਟ ਪਾਉਣਗੇ। ਠੀਕ ਹੈ, ਤਾਂ ਇਹਦਾ ਆਨਸਰ ਬਣੂਗਾ 3 ਆਨਸਰ 1971 ਦੀ ਜਨਸੰਖਿਆ ਦੇ ਅਕੋਰਡਿੰਗ ਇਹਨੂੰ ਨਿਰਧਾਰਿਤ ਕੀਤਾ ਗਿਆ ਹੈਗਾ। ਇੱਕ ਵਾਰ ਦੁਬਾਰਾ ਕੁਐਸਚਨ ਪੜ੍ਹ ਵੀ ਲੈਂਦੇ ਆਪਾਂ। ਭਾਰਤ ਵਿੱਚ ਰਾਸ਼ਟਰਪਤੀ ਦੀ ਚੋਣ ਵਿੱਚ ਰਾਜ ਦੀ ਵਿਧਾਨ ਸਭਾ ਦੇ ਹਰੇਕ ਚੁਣੇ ਹੋਏ ਮੈਂਬਰ ਦੇ ਵੋਟਾਂ ਦੀ ਸੰਖਿਆ ਉਸ ਰਾਜ ਦੀ ਸੰਖਿਆ ਨੂੰ ਵਿਧਾਨ ਸਭਾ ਦੇ ਕੁੱਲ ਚੁਣੇ ਹੋਏ ਮੈਂਬਰਾਂ ਦੀ ਸੰਖਿਆ ਦੁਆਰਾ ਵਿਭਾਜਿਤ ਕਰਕੇ ਪ੍ਰਾਪਤ ਭਾਗਫਲ ਦੇ 1000 ਦੇ ਗੁਣਾਂਕ ਦੇ ਬਰਾਬਰ ਹੁੰਦੀ ਹੈ। ਵਰਤਮਾਨ ਸਥਿਤੀ ਵਿੱਚ ਜਨਸੰਖਿਆ ਤੋਂ ਮਤਲਬ ਕਿਸ ਸਾਲ ਦੀ ਜਨਗਣਨਾ ਦੁਆਰਾ ਨਿਸ਼ਚਿਤ ਕੀਤਾ ਗਿਆ ਹੈ। ਠੀਕ ਹੈ, ਤਾਂ ਇਹਦੇ ਵਿੱਚ ਦੇਖੋ ਇੱਕ ਫਾਰਮੂਲਾ ਹੁੰਦਾ ਹੈਗਾ, ਉਹ ਫਾਰਮੂਲਾ ਆਪਾਂ ਬਾਅਦ ਵਿੱਚ ਡਿਸਕਸ ਕਰ ਲਾਂਗੇ। ਠੀਕ ਹੈ, ਵੀ ਕਿਸੇ MLA ਦੀ ਸੰਖਿਆ ਜਿਹੜੀ MLA ਦੀ ਵੋਟ ਦਾ ਮੁੱਲ ਹੈ ਉਹ ਕਿਵੇਂ ਕੱਢਿਆ ਜਾਂਦਾ ਹੁੰਦਾ ਹੈ। ਠੀਕ ਹੈ, ਤਾਂ ਉਹਨੂੰ ਜਨਸੰਖਿਆ ਨਾਲ ਮਲਟੀਪਲਾਈ ਵਗੈਰਾ ਕਰਕੇ ਕੱਢਿਆ ਜਾਂਦਾ ਹੁੰਦਾ। 3 ਨੰਬਰ ਕੁਐਸਚਨ ਦੇਖੋ, ਨਿਮਨਲਿਖਤ ਵਿੱਚੋਂ ਕਿਹੜਾ ਭਾਰਤ ਦੇ ਰਾਸ਼ਟਰਪਤੀ ਦੇ ਚੁਣਨ ਵਾਲੇ ਮੰਡਲ ਦਾ ਭਾਗ ਹੈ ਪਰੰਤੂ ਉਸਦੇ ਮਹਾਦੋਸ਼ ਮੰਡਲ ਦਾ ਭਾਗ ਨਹੀਂ ਹੈ। ਇਹਦਾ ਮਤਲਬ ਕੀ ਹੈ ਵੀ ਰਾਸ਼ਟਰਪਤੀ ਨੂੰ ਚੁਣਨ ਦੇ ਵਿੱਚ ਤਾਂ ਇਹ ਭਾਗ ਲੈਂਦਾ ਪਰ ਉਹਨੂੰ ਹਟਾਉਣ ਦੇ ਵਿੱਚ ਭਾਗ ਨਹੀਂ ਲੈਂਦਾ। ਹੁਣ ਰਾਸ਼ਟਰਪਤੀ ਨੂੰ ਦੀ ਸਿਲੈਕਸ਼ਨ ਦੇ ਵਿੱਚ ਕੌਣ-ਕੌਣ ਭਾਗ ਲੈ ਰਿਹਾ ਹੈ? ਲੋਕ ਸਭਾ ਲੈ ਰਹੀ ਹੈ, ਰਾਜ ਸਭਾ ਲੈ ਰਹੀ ਹੈ ਅਤੇ ਰਾਜਾਂ ਦੀਆਂ ਵਿਧਾਨ ਸਭਾਵਾਂ ਲੈ ਰਹੀਆਂ ਨੇ। ਠੀਕ ਹੈ, ਚੁਣਨ ਦੇ ਵਿੱਚ। ਪਰ ਜਦੋਂ ਹਟਾਉਣਾ ਹੁੰਦਾ ਹੈ ਤਾਂ ਰਾਜ ਸਭਾ ਅਤੇ ਸਿਰਫ ਲੋਕ ਸਭਾ ਹੀ ਭਾਗ ਲੈਂਦੀਆਂ ਨੇ। ਇੱਥੇ ਲੋਕ ਸਭਾ, ਰਾਜ ਸਭਾ, ਰਾਜ ਦੀ ਵਿਧਾਨ ਪਾਲਿਕਾ ਦਾ ਪਹਿਲਾਂ ਵੀ ਲੈਂਦੀ ਅਤੇ ਇੱਥੇ ਇਹਦਾ ਆਨਸਰ ਬਣ ਜੂ ਸਾਡਾ 4th ਨੰਬਰ। ਠੀਕ ਹੈ, ਰਾਜ ਦੀ ਵਿਧਾਨ ਪਾਲਿਕਾ। ਹੁਣ ਦੇਖੋ ਜਿਹੜੀ ਲੋਕ ਸਭਾ ਹੈ ਚੁਣਦੀ ਵੀ ਹੈ ਅਤੇ ਹਟਾਉਂਦੀ ਵੀ ਹੈ, ਰਾਜ ਸਭਾ ਚੁਣਦੀ ਵੀ ਹੈ ਅਤੇ ਹਟਾਉਂਦੀ ਵੀ ਹੈ। ਰਾਜ ਦੀ ਵਿਧਾਨ ਪਰਿਸ਼ਦ ਜਿਹੜੀਆਂ ਨੇ ਨਾ ਤਾਂ ਚੁਣਦੀਆਂ ਨੇ ਹਟਾਉਂਦੀਆਂ ਨੇ। ਰਾਜ ਦੀ ਵਿਧਾਨ ਸਭਾਵਾਂ ਚੁਣਦੀਆਂ ਨੇ ਪਰ ਹਟਾਉਂਦੀਆਂ ਨਹੀਂ ਹੈਗੀਆਂ। ਠੀਕ ਹੈ, ਇਸ ਕਰਕੇ ਆਨਸਰ ਬਣ ਜੂਗਾ ਇਹਦਾ 4th ਨੰਬਰ। 4th ਨੰਬਰ ਕੁਐਸਚਨ ਦੇਖੋ, ਰਾਸ਼ਟਰਪਤੀ ਦੇ ਚੋਣ ਵਿੱਚ ਰਾਜ ਦਾ ਮੁੱਖ ਮੰਤਰੀ ਮਤਦਾਨ ਕਰਨ ਦੇ ਲਈ ਪਾਤਰ ਨਹੀਂ ਹੁੰਦਾ। ਕਿਉਂ ਨਹੀਂ ਹੁੰਦਾ? ਜੇਕਰ ਉਹ ਆਪ ਉਮੀਦਵਾਰ ਹੈ। ਨਹੀਂ, ਇਹ ਹੋ ਨਹੀਂ ਸਕਦਾ, ਗਲਤ ਹੈ। ਠੀਕ ਹੈ, ਉਸ ਨੂੰ ਰਾਜ ਵਿਧਾਨ ਮੰਡਲ ਦੇ ਨਿਚਲੇ ਸਦਨ ਵਿੱਚ ਆਪਣਾ ਬਹੁਮਤ ਸਿੱਧ ਕਰਨਾ ਬਾਕੀ ਹੋਵੇ, ਉਹ ਰਾਜ ਵਿਧਾਨ ਮੰਡਲ ਉੱਚ ਸਦਨ ਦਾ ਮੈਂਬਰ ਹੋਵੇ। ਉੱਚ ਸਦਨ ਦਾ ਮਤਲਬ ਕਿ ਇੱਥੇ ਵਿਧਾਨ ਪਰਿਸ਼ਦ ਹੈ। ਜੇ ਮੁੱਖ ਮੰਤਰੀ ਵਿਧਾਨ ਪਰਿਸ਼ਦ ਦਾ ਮੈਂਬਰ ਹੈ ਤਾਂ ਉਹ ਰਾਸ਼ਟਰਪਤੀ ਇਲੈਕਸ਼ਨ ਪਾਰਟੀਸਪੇਟ ਨਹੀਂ ਕਰੂਗਾ, ਇਸ ਕਰਕੇ ਆਨਸਰ ਬਣ ਰਿਹਾ ਇਹਦਾ 3। 5 ਨੰਬਰ ਕੁਐਸਚਨ ਦੇਖੋ, ਨਿਮਨ ਵਿੱਚੋਂ ਕਿਸ ਵਿਸ਼ੇ 'ਤੇ ਰਾਸ਼ਟਰਪਤੀ ਦੇ ਲਈ ਮੰਤਰੀ ਪਰਿਸ਼ਦ ਤੋਂ ਸਲਾਹ ਲੈਣਾ ਜ਼ਰੂਰੀ ਹੁੰਦੀ ਹੈ? ਠੀਕ ਹੈ, ਰਾਸ਼ਟਰਪਤੀ ਦੇ ਲਈ ਮੰਤਰੀ ਪਰਿਸ਼ਦ ਤੋਂ ਸਲਾਹ ਲੈਣੀ ਜ਼ਰੂਰੀ ਹੁੰਦੀ ਹੈ। ਤਾਂ ਰਾਜਦੂਤਾਂ ਦੀ ਅਪਾਇੰਟਮੈਂਟ ਕੀਤੀ ਹੈ। ਹਾਂਜੀ,
ਬਿੱਲਾਂ ਤੇ ਸਹਿਮਤੀ ਦੇਖ ਲੈਣੇ ਆਪਾਂ। ਲੋਕ ਸਭਾ ਨੂੰ ਭੰਗ ਕਰਨਾ, ਸੰਵਿਧਾਨ ਸੰਸ਼ੋਧਨ ਬਿੱਲ ਦੇ ਉੱਪਰ ਸਹਿਮਤੀ ਦੇਣਾ। ਠੀਕ ਹੈ, ਤਾਂ ਬਿੱਲਾਂ ਦੇ ਉੱਪਰ ਜਿਹੜੀ ਸਹਿਮਤੀ ਹੈ ਇਹਦਾ ਆਨਸਰ ਆ ਜਾਊਗਾ ਜੀ 2 ਨੰਬਰ। ਠੀਕ ਹੈ, ਸੰਵਿਧਾਨ ਸੰਸ਼ੋਧਨ ਬਿੱਲ ਦੇ ਵੀ ਨਹੀਂ ਆਊਗਾ, ਇਹਦਾ ਆਨਸਰ ਆਊਗਾ 2। 6 ਨੰਬਰ ਦੇਖੋ, ਨਿਮਨ ਵਿੱਚੋਂ ਕਿਸ ਰਾਸ਼ਟਰਪਤੀ ਨੇ ਇੱਕ ਸ਼ਕਤੀ ਦਾ ਪ੍ਰਯੋਗ ਕੀਤਾ ਸੀ ਜਿਸ ਨੂੰ ਸੰਵਿਧਾਨਕ ਸ਼ਬਦਾਂ ਲਈ ਵੀਟੋ ਪਾਵਰ ਕਿਹਾ ਜਾਂਦਾ ਹੈ? ਸਾਡੇ ਰਾਸ਼ਟਰਪਤੀ ਕੋਲ 3 ਪ੍ਰਕਾਰ ਦੀ ਵੀਟੋ ਹੁੰਦੀਆਂ ਨੇ, ਐਬਸੋਲੂਟ, ਸਸਪੈਂਸ਼ਨ ਤੇ ਪਾਕਟ ਵੀਟੋ। ਤਾਂ ਇਹ ਕਿਹਨੇ ਕੀਤਾ ਸੀ ਵੀਟੋ ਦਾ ਪ੍ਰਯੋਗ? ਇਹ ਕੀਤਾ ਸੀ ਗਿਆਨੀ ਜੈਲ ਸਿੰਘ ਨੇ 1986 ਦੇ ਵਿੱਚ ਕੀਤਾ ਸੀਗਾ। ਰਾਜੀਵ ਗਾਂਧੀ ਗਵਰਨਮੈਂਟ ਸੀਗੀ, ਡਾਕ ਬਿੱਲ ਦੇ ਉੱਪਰ। ਇਹਦਾ ਆਨਸਰ ਬਣ ਰਿਹਾ ਗਿਆਨੀ ਜੈਲ ਸਿੰਘ। 7th ਨੰਬਰ ਕੁਐਸਚਨ, ਰਾਸ਼ਟਰਪਤੀ ਦੀ ਚੋਣ ਮੰਡਲ ਦੇ ਮੈਂਬਰ ਨਹੀਂ ਹੁੰਦੇ ਹਨ। ਕੌਣ ਕੌਣ ਨਹੀਂ ਹੁੰਦਾ ਇਹਦੇ ਵਿੱਚ? ਸੰਸਦ ਦੇ ਦੋਨੇ ਸਦਨਾਂ ਦੇ ਮੈਂਬਰ, ਰਾਜ ਵਿਧਾਨ ਮੰਡਲ ਦੇ ਦੋਨੇ ਸਦਨਾਂ ਦੇ ਚੁਣੇ ਹੋਏ ਮੈਂਬਰ, ਸਾਰੀ ਵਿਧਾਨ ਸਭਾ ਦੇ ਚੁਣੇ ਹੋਏ ਮੈਂਬਰ, ਦਿੱਲੀ ਪੁਡੁਚੇਰੀ ਅਤੇ ਵਿਧਾਨ ਸਭਾ ਦੇ ਚੁਣੇ ਹੋਏ ਮੈਂਬਰ। ਠੀਕ ਹੈ, ਇਹਦੇ ਵਿੱਚ ਮੈਂਬਰ ਕੌਣ ਨਹੀਂ ਹੁੰਦਾ? ਦੇਖੋ ਹੁਣ ਦੋਨੇ ਸਦਨਾਂ ਦੇ ਚੁਣੇ ਹੋਏ ਮੈਂਬਰ। ਠੀਕ ਹੈ, ਦੋਨੇ ਸਦਨਾਂ ਚੁਣੇ ਹੋਏ ਮੈਂਬਰ ਹੁੰਦੇ ਨੇ। ਰਾਜ ਵਿਧਾਨ ਮੰਡਲਾਂ ਦੇ ਦੋਨੇ ਸਦਨਾਂ ਦੇ ਵਿਧਾਨ ਮੰਡਲਾਂ ਦੇ ਮੈਂਬਰ ਪਾਰਟੀਸਪੇਟ ਨਹੀਂ ਕਰਦੇ ਬਈ। ਠੀਕ ਹੈ, ਕਿਉਂਕਿ ਇੱਥੇ ਇਕੱਲੀ ਵਿਧਾਨ ਸਭਾ ਹੀ ਪਾਰਟੀਸਪੇਟ ਕਰਦੀ ਹੈ, ਵਿਧਾਨ ਪਰਿਸ਼ਦ ਪਾਰਟੀਸਪੇਟ ਨਹੀਂ ਕਰਦੀ ਹੈਗੀ। ਤਾਂ ਇਹਦਾ ਆਨਸਰ ਆ ਜਾਊਗਾ 2 ਨੰਬਰ। 8th ਨੰਬਰ ਕੁਐਸਚਨ ਦੇਖੋ, ਉਪਰੋਕਤ ਦੇ ਸੰਬੰਧ ਵਿੱਚ ਸਹੀ ਉੱਤਰ ਦੀ ਚੋਣ ਕਰੋ। ਇਹ ਭਾਰਤ ਦਾ ਰਾਸ਼ਟਰਪਤੀ ਅਪ੍ਰਤੱਖ ਚੋਣਾਂ ਦੁਆਰਾ ਚੁਣਿਆ ਜਾਂਦਾ ਹੈ, ਬਿਲਕੁਲ ਸਹੀ ਹੈ। ਇਨਡਾਇਰੈਕਟ ਮੈਥਡ ਦੁਆਰਾ ਚੁਣਿਆ ਜਾਂਦਾ ਹੈ। ਇਹ ਇੱਕ ਚੋਣ ਮੰਡਲ ਦੀ ਵਿਵਸਥਾ ਹੈ ਜੋ ਸੰਸਦ ਦੇ ਦੋਨੇ ਸਦਨਾਂ ਅਤੇ ਰਾਜ ਦੀ ਵਿਧਾਨ ਸਭਾਵਾਂ ਦੇ ਚੁਣੇ ਹੋਏ ਮੈਂਬਰਾਂ ਨੂੰ ਮਿਲਾ ਕੇ ਬਣਦਾ ਹੈ, ਬਿਲਕੁਲ ਸਹੀ ਹੈ ਵੀ। ਠੀਕ ਹੈ ਜੀ। ਠੀਕ ਹੈ, ਤੇ ਇਹਦਾ ਸਪਸ਼ਟੀਕਰਨ ਵੀ ਹੈ। ਠੀਕ ਹੈ, ਸਪਸ਼ਟੀਕਰਨ ਕੀ ਹੈ ਵੀ ਜਿਹੜੇ ਰਾਸ਼ਟਰਪਤੀ ਦੇ ਇਲੈਕਸ਼ਨ ਵਿੱਚ ਪਾਰਟੀਸਪੇਟ ਕਰਦੇ ਨੇ ਸਾਡੇ, ਉਹ MP ਹੁੰਦੇ ਨੇ ਤੇ MLA ਹੁੰਦੇ ਨੇ। ਠੀਕ ਹੈ, ਤੇ ਉਹਨਾਂ ਦਾ ਇੱਕ ਚੋਣ ਮੰਡਲ ਬਣਦਾ ਹੈਗਾ ਸਾਡੇ ਆਰਟੀਕਲ 54 ਦੇ ਤਹਿਤ। ਠੀਕ ਹੈ, ਤਾਂ ਇਹ ਦੋਨੇ ਸਹੀ ਨੇ, ਪਰ ਇਹ ਦੋਨੋਂ ਸਹੀ ਨੇ। 3 ਨੰਬਰ ਬਣੂਗਾ, ਦੋਨੋਂ ਸਹੀ ਹਨ। ਇਹਦਾ ਸਹੀ ਸਪਸ਼ਟੀਕਰਨ ਵੀ ਹੈ। ਇਹਦਾ ਆਨਸਰ ਆ ਗਿਆ ਜੀ 3 ਨੰਬਰ। 9th ਨੰਬਰ ਕੁਐਸਚਨ ਦੇਖੋ, ਭਾਰਤੀ ਸੰਵਿਧਾਨ ਦੇ 70ਵੇਂ ਸੰਸ਼ੋਧਨ ਦੁਆਰਾ ਭਾਰਤ ਦੇ ਰਾਸ਼ਟਰਪਤੀ ਦੀ ਚੋਣ ਵਿੱਚ ਜਿਹੜੇ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਭਾਗ ਲੈਣ ਦਾ ਅਧਿਕਾਰ ਦਿੱਤਾ ਗਿਆ ਹੈ ਉਹ ਕਿਹੜੇ ਕਿਹੜੇ ਹਨ? ਤਾਂ ਇਹ 70ਵਾਂ ਸੰਸ਼ੋਧਨ ਕੀਤਾ ਗਿਆ ਸੀਗਾ, ਤਾਂ ਇਹਦੇ ਦਿੱਲੀ ਤੇ ਪੁਡੁਚੇਰੀ ਨੂੰ ਦਿੱਤਾ ਗਿਆ ਸੀਗਾ। ਠੀਕ ਹੈ, ਹੁਣ ਤਾਂ 3 ਹੋ ਗਏ, ਦਿੱਲੀ ਹੋ ਗਿਆ, ਪੁਡੁਚੇਰੀ ਹੋ ਗਿਆ ਤੇ ਜੰਮੂ ਐਂਡ ਕਸ਼ਮੀਰ ਹੋ ਗਿਆ। ਠੀਕ ਹੈ, ਤਾਂ ਇਹ 3 ਯੂਟੀਜ਼ ਹੋ ਗਈਆਂ ਜਿਨ੍ਹਾਂ ਦੇ ਵਿੱਚ ਵਿਧਾਨ ਸਭਾਵਾਂ ਨੇਗੀਆਂ, ਇਹ ਰਾਸ਼ਟਰਪਤੀ ਇਲੈਕਸ਼ਨ 'ਚ ਪਾਰਟੀਸਪੇਟ ਕਰਦੇ ਨੇਗੇ। 10th ਨੰਬਰ ਕੁਐਸਚਨ ਦੇਖੋ, ਰਾਸ਼ਟਰਪਤੀ ਦੇ ਚੋਣ ਲਈ ਬਣਾਏ ਗਏ ਚੋਣ ਮੰਡਲ ਵਿੱਚ ਸ਼ਾਮਲ ਹੁੰਦਾ ਹੈ, ਕੌਣ ਸ਼ਾਮਲ ਹੁੰਦਾ ਹੈ? ਸੰਘੀ ਸੰਸਦ, ਰਾਜ ਵਿਧਾਨ ਪਾਲਿਕਾ ਦੇ ਸਾਰੇ ਮੈਂਬਰ। ਸਾਰੇ ਮੈਂਬਰ ਨਹੀਂ ਸ਼ਾਮਲ ਹੁੰਦੇ ਇਹਦੇ ਵਿੱਚ, ਜਿੱਥੇ ਸਾਰੇ ਆ ਗਿਆ ਸ਼ਬਦ ਗਲਤ। ਸੰਘੀ ਸੰਸਦ ਦੇ ਸਾਰੇ ਅਤੇ ਰਾਜ ਵਿਧਾਨ ਸਭਾਵਾਂ ਦੇ ਸਾਰੇ ਚੁਣੇ ਹੋਏ ਮੈਂਬਰ। ਠੀਕ ਹੈ, ਤਾਂ ਇਹ ਹੋ ਸਕਦਾ ਹੈਗਾ ਸੰਘੀ ਸੰਸਦ ਅਤੇ ਰਾਜ ਵਿਧਾਨ ਸਭਾਵਾਂ ਦੇ ਸਾਰੇ ਚੁਣੇ ਹੋਏ ਮੈਂਬਰ। ਸੰਘੀ ਸੰਸਦ ਦੇ ਸਾਰੇ, ਠੀਕ ਹੈ, ਦੇਖੋ ਸਾਰੇ ਮੈਂਬਰ ਨਹੀਂ ਇੱਥੇ ਪਾਰਟੀਸਪੇਟ ਕਰਦੇ ਹੈਗੇ। ਠੀਕ ਹੈ, ਸਿਰਫ ਚੁਣੇ ਹੋਏ। ਇੱਥੇ ਦੇਖੋ ਕੀ ਹੈ, ਸੰਘੀ ਸੰਸਦ ਅਤੇ ਰਾਜ ਵਿਧਾਨ ਸਭਾਵਾਂ ਦੇ ਸਾਰੇ ਚੁਣੇ ਹੋਏ ਮੈਂਬਰ। ਤਾਂ ਇਹਦਾ ਆਨਸਰ ਬਣ ਜਾਊਗਾ 4th ਨੰਬਰ। ਠੀਕ ਹੈ, ਕਿਉਂਕਿ ਚੁਣੇ ਹੋਏ ਮੈਂਬਰ ਪਾਰਟੀਸਪੇਟ ਕਰਦੇ ਨੇ। ਇਹਦੇ ਵਿੱਚ ਜਿਹੜੇ ਨੋਮੀਨੇਟ ਕੀਤੇ ਜਾਂਦੇ ਨੇ ਮੈਂਬਰ ਉਹ ਪਾਰਟੀਸਪੇਟ ਨਹੀਂ ਕਰਦੇ ਹੈਗੇ, ਚਾਹੇ ਉਹ ਐਂਗਲੋ ਇੰਡੀਅਨ ਮੈਂਬਰ ਹੁੰਦੇ ਨੇ, ਚਾਹੇ ਉਹ ਰਾਸ਼ਟਰਪਤੀ ਦੁਆਰਾ ਰਾਜ ਸਭਾ ਦੇ ਵਿੱਚ ਜਿਹੜੇ 12 ਮੈਂਬਰ ਨਾਮਜ਼ਦ ਕੀਤੇ ਜਾਂਦੇ ਨੇ ਅਲੱਗ-ਅਲੱਗ ਖੇਤਰਾਂ ਦੇ, ਜਾਂ ਫਿਰ ਰਾਜਪਾਲ ਵੱਲੋਂ ਜਿਹੜੇ ਐਂਗਲੋ ਇੰਡੀਅਨ ਮੈਂਬਰ ਇੱਕ ਮੈਂਬਰ ਨਾਮਜ਼ਦ ਕੀਤਾ ਜਾਂਦਾ ਵਿਧਾਨ ਸਭਾ ਦੇ ਵਿੱਚ, ਉਹ ਪਾਰਟੀਸਪੇਟ ਇੱਥੇ ਨਹੀਂ ਕਰਦਾ ਹੈਗਾ। 11 ਨੰਬਰ ਕੁਐਸਚਨ ਦੇਖੋ, ਨਿਮਨ ਵਿੱਚੋਂ ਕੌਣ ਭਾਰਤ ਦੇ ਰਾਸ਼ਟਰਪਤੀ ਦੀ ਚੋਣਾਂ ਵਿੱਚ ਮਤਦਾਨ ਦਾ ਅਧਿਕਾਰ ਨਹੀਂ ਰੱਖਦਾ? ਲੋਕ ਸਭਾ ਦਾ ਮੁਖੀ ਰੱਖਦਾ, ਕਿਉਂਕਿ ਲੋਕ ਸਭਾ ਦਾ ਸਪੀਕਰ ਲੋਕ ਸਭਾ ਦਾ ਮੈਂਬਰ ਹੁੰਦਾ ਹੈ। ਵਿਧਾਨ ਸਭਾ ਦਾ ਮੁਖੀ MLA ਹੁੰਦਾ ਹੈ, ਇਹ ਵੀ ਰੱਖਦਾ ਹੈਗਾ। ਰਾਜ ਸਭਾ ਵਿੱਚ ਰਾਸ਼ਟਰਪਤੀ ਦੁਆਰਾ ਚੁਣਿਆ ਗਿਆ ਵਿਅਕਤੀ, ਤਾਂ ਰਾਸ਼ਟਰਪਤੀ ਦੁਆਰਾ ਚੁਣਿਆ ਗਿਆ ਜਿਹੜਾ ਵਿਅਕਤੀ ਹੈ ਇਹ ਇਹਦੇ ਵਿੱਚ ਪਾਰਟੀਸਪੇਟ ਨਹੀਂ ਕਰਦਾ। ਤਾਂ ਇਹਦਾ ਆਨਸਰ ਬਣ ਜਾਊਗਾ 3। ਭਾਰਤ ਦੇ ਰਾਸ਼ਟਰਪਤੀ ਦੀ ਚੋਣ ਕੀਤੀ ਜਾਂਦੀ ਹੈ, ਕਿਵੇਂ ਕੀਤੀ ਜਾਂਦੀ ਹੈ? ਜਨਤਾ ਦੁਆਰਾ, ਲੋਕ ਸਭਾ ਦੁਆਰਾ, ਸੰਸਦ ਦੁਆਰਾ। 4th ਨੰਬਰ, ਇੱਕ ਚੁਣੇ ਹੋਏ ਮੰਡਲ ਦੁਆਰਾ ਜਿਸ ਵਿੱਚ ਸੰਸਦ ਦੇ ਚੁਣੇ ਹੋਏ ਮੈਂਬਰ ਅਤੇ ਰਾਜ ਵਿਧਾਨ ਸਭਾ ਦੇ ਚੁਣੇ ਮੈਂਬਰ ਸ਼ਾਮਲ ਹੁੰਦੇ ਨੇ। ਤਾਂ ਇਹਦਾ ਆਨਸਰ ਬਣ ਜਾਊਗਾ ਜੀ 4th ਨੰਬਰ। 13 ਨੰਬਰ ਕੁਐਸਚਨ ਦੇਖੋ, ਭਾਰਤ ਦੇ ਰਾਸ਼ਟਰਪਤੀ ਦੀ ਚੋਣ ਵਿੱਚ ਨਿਮਨ ਵਿੱਚ ਕੌਣ ਭਾਗ ਨਹੀਂ ਲੈਂਦਾ? ਰਾਜ ਸਭਾ ਦੇ ਚੁਣੇ ਹੋਏ ਮੈਂਬਰ ਪਾਰਟੀਸਪੇਟ ਕਰਦੇ ਆ ਬਈ, ਇਹ ਵੀ ਕਰਦੇ ਆ। ਠੀਕ ਹੈ, ਲੋਕ ਸਭਾ ਦੇ ਚੁਣੇ ਹੋਏ ਮੈਂਬਰ ਵੀ ਪਾਰਟੀਸਪੇਟ ਕਰਦੇ ਆ ਇਹਦੇ ਵਿੱਚ, ਵਿਧਾਨ ਸਭਾ ਦੇ ਚੁਣੇ ਹੋਏ ਮੈਂਬਰ ਵੀ ਕਰਦੇ। ਕੌਣ ਨਹੀਂ ਕਰਦਾ? ਵਿਧਾਨ ਪਰਿਸ਼ਦ ਦੇ ਚੁਣੇ ਹੋਏ ਮੈਂਬਰ ਪਾਰਟੀਸਪੇਟ ਦੇ ਵਿੱਚ ਨਹੀਂ ਕਰਦੇ ਹੈਗੇ। 14 ਨੰਬਰ ਕੁਐਸਚਨ ਦੇਖੋ, ਰਾਸ਼ਟਰਪਤੀ ਦੀ ਚੋਣਾਂ ਕਿਸ ਵੱਲੋਂ ਕਰਵਾਈਆਂ ਜਾਂਦੀਆਂ ਹਨ?
कौन करांदा इहनूं? तां इहनूं करांदा भारत दा इलैक्शन कमीशन, भारत दा चोण आयोग। 15 नंबर क्वेश्चन देखो, जे भारत के राष्ट्रपति की चोण में कोई विवाद है तो उस विवाद को सौंपया जा सकता है। क्यों सौंपया जा सकता है? तो इनू सानू पता है भी आर्टिकल 71 के तहत जो विवाद है यह भारत की सुप्रीम कोर्ट को सौंपया जाता है तो सुप्रीम कोर्ट का फैसला अंतिम मन्निया जाता है। 16 नंबर क्वेश्चन देखो, भारतीय राष्ट्रपति के विषय से निम्नलिखित कथनों पर विचार करो। वो भारत का जन्मिया नागरिक होना चाहिए, बिल्कुल सही है। उसकी उम्र 35 साल या इस तो ज़्यादा होनी चाहिए, बिल्कुल सही है। उसनों पार्लीमेंट के मैंबर वजों चोण लई योग बनाया जाना चाहिए है। तो इत्थे जिहड़ा शब्द है पार्लीमेंट, इत्थे पार्लीमेंट नहीं होना सीगा, इत्थे होना सी लोक सभा शब्द। जे इत्थे लोक सभा हुंदा तां राष्ट्रपति नूं राष्ट्रपति बनने वास्ते लोक सभा की कंडीशन जरूरी है, ठीक है। जो उप राष्ट्रपति बनना तो फिर राज सभा की जरूरी है, पर इत्थे ते पार्लीमेंट शब्द लिखा है तो इस करके इत्थे लोक सभा राज सभा दोनों आ गया, तो इस करके सी ऑप्शन गलत हो जाऊगा। तो इसका आंसर बनूगा ए एंड बी। तो इसके अकॉर्डिंग सी आंसर साडा सही है। 17 नंबर क्वेश्चन देखो, राष्ट्रपति के अहुदे लिए घट्टो घट्ट उम्र कितनी चाहिए है? बिल्कुल सिंपल क्वेश्चन है, 35 साल चाहिए है। 18 नंबर क्वेश्चन पर आए हैं आप, भारत के राष्ट्रपति के उम्मीदवार के प्रस्ताव का अनुसमर्थन किन्ने व्यक्तियों द्वारा किया जाना जरूरी है? अनुसमर्थन मतलब इनू जो तुसी भारत के राष्ट्रपति की इलैक्शन लड़ना चाहते तो घट्टो घट्ट तुहाडे कोले 50 MPs का अनुसमर्थन होना चाहिए है 50 वोटरों द्वारा। 19 नंबर क्वेश्चन, राष्ट्रपति 5 साल तक अपने अहुदे पर रहिंदा है अपने चुने जाने की तरीक तो, संसद द्वारा निर्धारित मिति तो, अपना अहुदा प्राप्त करने की मिति तो, चोण आयोग द्वारा घोषित मिति तो। जो यह सौं चुक लैंदा है यदि जोड़ा अहुदा स्टार्ट हो जाता है तो अपने अहुदे को प्राप्त करने की मिति तो यदा 5 साल का कार्यकाल शुरू हो जाता है। 20 नंबर क्वेश्चन, भारत के राष्ट्रपति की गैर हाजिरी में जो उप राष्ट्रपति उपलब्ध नहीं तो राष्ट्रपति की तरह निम्नलिखित कौन कार्य करता है? सानू पता है भी जो प्रेजिडेंट ना हो तो वाइस प्रेजिडेंट काम करूगा, जो वाइस प्रेजिडेंट ना काम करे हो तो फिर CGI मतलब मुख जज। इत्थे ऑप्शन की है जी, फर्स्ट ऑप्शन है भारत के सुप्रीम कोर्ट का मुख जज काम करता है। राष्ट्रपति का खाली स्थान भर लिया जाना चाहिए है किन्ने समय दे विच? 6 महीने तक अहुदा खाली रह सकता है। 6 महीने तो 6 महीने के अंदर अंदर भारत के राष्ट्रपति का अहुदा भरना जरूरी होंदा है। 22 नंबर क्वेश्चन देखो, संविधान की उलंघना के आधार पर राष्ट्रपति के विरुद्ध किस दे द्वारा महादोष लगाया जा सकता है? तो सानू पता भी आर्टिकल नंबर 61 है जिसके तहत भारत के राष्ट्रपति के खिलाफ महादोष लाया जा सकता होंदा है। आहो कौन लांदा इनू? तो इनू लांदा जी संसद के दोवें सदन लोक सभा ते राज सभा द्वारा। भारत के 23 नंबर क्वेश्चन, भारत के राष्ट्रपति को सेवा काल की अवधि समाप्त होने तो पहला भी हटाया जा सकता अहुदे तो, किवें हटाया जा सकता है? तो सानू पता जी महादोष लाया जाता है जी, बिल्कुल सिंपल दोबारा क्वेश्चन आ गया। 24 नंबर क्वेश्चन देखो, भारत के राष्ट्रपति से महादोष चलाने लिए घट्टो घट्ट किन्ने दिन पहला सूचना उन्होंने देना जरूरी होंदा है? तो दोष लाने तो पहला 14 दिनों की सूचना तुहानूं पहला उन्होंने देनी पऊगी, फिर वो खिलाफ कोई भी तुसीं कार्रवाई शुरू कर सकते होगे। 25 नंबर क्वेश्चन देखो, भारत के संविधान के किस अनुच्छेद के अधीन भारत के राष्ट्रपति से महादोष लाया जा सकता है? आप डिस्कस कर चुके हैं आर्टिकल नंबर 61 के तहत तुसीं भारत के राष्ट्रपति के दोष ला सकते हो, महादोष लाया जा सकता है इंपीचमेंट। भारत के राष्ट्रपति को अहुदे तो हटाने की विधि की है? महादोष है, ठीक है। किहदे द्वारा चलाई जा सकती है? 27 नंबर क्वेश्चन के महादोष चलाने की प्रक्रिया शुरू की जा सकती है लोक सभा द्वारा। यही उद्देश्य न बुलाए गए दोनों सदन सांझे अधिवेशन में, संसद के किसी भी सदन में, सुप्रीम कोर्ट में, तो यही संसद के किसी भी सदन के बुलाया जा सकता है जी। 28 नंबर क्वेश्चन, राष्ट्रपति निम्नलिखित विच आधार ते महादोष की प्रक्रिया द्वारा उसके अहुदे तो हटाया जा सकता है? किवें हटाया जा सकता है? संविधान की उलंघना, कोई दुराचार अयोग्यता ये कोई मैटर नहीं करती ये, ठीक। सिर्फ संविधान की उलंघना करने के दोष से ही राष्ट्रपति के खिलाफ इंपीचमेंट जी की जा सकती होंगी है। 29 नंबर क्वेश्चन देखो, भारत का राष्ट्रपति अपना त्याग पत्र किसनों सौंप दिंदा है? तो यह भारत का राष्ट्रपति सौंपदा है उपराष्ट्रपति, उपराष्ट्रपति सौंपदा है राष्ट्रपति को, राष्ट्रपति सौंपदा है उपराष्ट्रपति को। 30 नंबर क्वेश्चन, जो राष्ट्रपति की मौत हो जाए, त्याग पत्र कर दे या किसी होर कारण करके अपने कर्तव्यों को निभा ना सके तो उपराष्ट्रपति कदों तक राष्ट्रपति के रूप में कार्य कर सकता है?
ਸਾਨੂੰ ਪਤਾ ਹੈ ਕਿ 6 ਮਹੀਨੇ ਤੱਕ ਭਾਰਤ ਦਾ ਉਪ ਰਾਸ਼ਟਰਪਤੀ ਰਾਸ਼ਟਰਪਤੀ ਦੇ ਅਹੁਦੇ 'ਤੇ ਕੰਮ ਕਰ ਸਕਦਾ ਹੁੰਦਾ ਹੈ। ਠੀਕ ਹੈ ਜੀ, ਤੇ ਇਹਦਾ ਆਨਸਰ ਬਣ ਰਿਹਾ 4th ਨੰਬਰ। ਭਾਰਤ ਵਿੱਚ ਕਾਰਜਪਾਲਿਕਾ ਦਾ ਮੁਖੀ ਕੌਣ ਹੁੰਦਾ ਹੈ? ਤਾਂ ਭਾਰਤ ਭਰ ਦੇ ਵਿੱਚ ਜਿਹੜਾ ਕਾਰਜਪਾਲਿਕਾ ਦਾ ਮੁਖੀ ਉਹ ਮੰਨਿਆ ਜਾਂਦਾ ਹੈ ਰਾਸ਼ਟਰਪਤੀ। ਠੀਕ ਹੈ, ਕਿਉਂਕਿ ਸੰਵਿਧਾਨ ਦੀਆਂ ਸ਼ਕਤੀਆਂ ਕਿਹਦੇ ਕੋਲ ਨੇਗੀਆਂ? ਭਾਰਤ ਦੇ ਰਾਸ਼ਟਰਪਤੀ ਕੋਲ ਨੇ। ਜਿਹੜੀ ਸੰਘੀ ਸ਼ਕਤੀਆਂ ਨੇ ਸਾਡੀਆਂ ਸੰਘ ਦੀਆਂ ਸ਼ਕਤੀਆਂ ਨੇਗੀਆਂ। 32 ਨੰਬਰ ਕੁਐਸਚਨ, ਨਿਮਨ ਵਿੱਚ ਕੌਣ ਭਾਰਤੀ ਗਣਤੰਤਰ ਦਾ ਪ੍ਰਮੁੱਖ ਹੈ? ਤਾਂ ਭਾਰਤ ਦਾ ਰਾਸ਼ਟਰਪਤੀ, ਭਾਰਤ ਦਾ ਪ੍ਰਧਾਨ ਮੰਤਰੀ, ਤੇ ਇਹਦਾ ਗਣਤੰਤਰ ਦਾ ਮੁਖੀ ਕੌਣ? ਸਾਡਾ ਭਾਰਤ ਦਾ ਰਾਸ਼ਟਰਪਤੀ ਹੈ। 33 ਨੰਬਰ ਕੁਐਸਚਨ ਦੇਖੋ, ਲੋਕ ਸਭਾ ਭੰਗ ਹੋ ਜਾਵੇ ਤਾਂ ਸੰਕਟਕਾਲੀਨ ਫੰਡ ਵਿੱਚੋਂ ਰਾਸ਼ੀ ਕੱਢੀ ਜਾਵੇ। ਕਿਵੇਂ ਕੱਢੀ ਜਾਵੇਗੀ? ਤਾਂ ਇਹ ਰਾਸ਼ਟਰਪਤੀ ਦੇ ਆਦੇਸ਼ ਦੁਆਰਾ ਕੱਢੀ ਜਾਂਦੀ ਹੁੰਦੀ ਹੈ। ਜਦੋਂ ਕਦੇ ਸੰਕਟਕਾਲੀਨ ਫੰਡ ਦੇ ਵਿੱਚੋਂ ਪੈਸਾ ਕਢਾਉਣਾ ਹੁੰਦਾ ਹੈ, ਕੰਸੋਲੀਡੇਟਡ ਫੰਡ ਦੇ ਵਿੱਚੋਂ, ਤਾਂ ਇਹ ਰਾਸ਼ਟਰਪਤੀ ਦੇ ਆਦੇਸ਼ ਦੁਆਰਾ ਹੀ ਕੱਢਿਆ ਜਾਊਗਾ ਪੈਸਾ। 34 ਨੰਬਰ ਕੁਐਸਚਨ ਦੇਖੋ, ਲੋਕ ਸਭਾ ਅਤੇ ਰਾਜ ਸਭਾ ਦੀ ਸਾਂਝੀ ਬੈਠਕ ਕਿਸ ਦੇ ਦੁਆਰਾ ਬੁਲਾਈ ਜਾਂਦੀ ਹੈ? ਤਾਂ ਸਾਂਝੀ ਬੈਠਕ ਜਿਹੜੀ ਬੁਲਾਈ ਜਾਂਦੀ ਹੈ ਇਹ ਰਾਸ਼ਟਰਪਤੀ ਦੁਆਰਾ ਬੁਲਾਈ ਜਾਂਦੀ ਹੈ। ਜੁਆਇੰਟ ਸੈਸ਼ਨ ਆਰਟੀਕਲ ਨੰਬਰ 108 ਦੇ ਤਹਿਤ ਆਉਂਦਾ ਇਹ। ਇਹਦੇ ਵਿੱਚ ਬੁਲਾਇਆ ਜਾਂਦਾ ਰਾਸ਼ਟਰਪਤੀ ਵੱਲੋਂ, ਪਰ ਜਿਹੜੀ ਇਹਦੀ ਪ੍ਰਧਾਨਗੀ ਕਰਦਾ ਹੈ ਉਹ ਕੌਣ ਕਰਦਾ? ਲੋਕ ਸਭਾ ਦਾ ਸਪੀਕਰ ਕਰਦਾ ਹੈਗਾ। 35 ਨੰਬਰ ਕੁਐਸਚਨ ਦੇਖੋ, ਕਾਨੂੰਨ ਦੇ ਪ੍ਰਸ਼ਨ 'ਤੇ ਭਾਰਤੀ ਸੁਪਰੀਮ ਕੋਰਟ ਤੋਂ ਸਲਾਹ ਲੈਣ ਦਾ ਅਧਿਕਾਰ ਕਿਸ ਨੂੰ ਹੈ? ਤਾਂ ਸਾਨੂੰ ਆਪਾਂ ਪੜ੍ਹਦੇ ਹਾਂ ਆਰਟੀਕਲ ਨੰਬਰ 143 ਦੇ ਵਿੱਚ ਕਿ ਭਾਰਤ ਦਾ ਰਾਸ਼ਟਰਪਤੀ ਜਿਹੜਾ ਹੈਗਾ ਸੁਪਰੀਮ ਕੋਰਟ ਤੋਂ ਸਲਾਹ ਲੈ ਸਕਦਾ 143 ਦੇ ਤਹਿਤ। ਠੀਕ ਹੈ, ਤਾਂ 35 ਨੰਬਰ ਦਾ 2 ਨੰਬਰ। 36 ਨੰਬਰ ਕੁਐਸਚਨ ਦੇਖੋ, 36 ਨੰਬਰ, ਭਾਰਤੀ ਸੰਵਿਧਾਨ ਦੇ ਕਿਸ ਅਨੁਛੇਦ ਦੇ ਤਹਿਤ ਰਾਸ਼ਟਰਪਤੀ ਨੂੰ ਅਧਿਕਾਰ ਹੈ ਕਿ ਉਹ ਕਿਸੇ ਬਿੱਲ 'ਤੇ ਆਪਣੀ ਸਹਿਮਤੀ ਨੂੰ ਰੋਕ ਲਵੇ? ਤਾਂ ਕਿਸੇ ਵੀ ਬਿੱਲ ਨੂੰ ਰੋਕਣ ਦੀ ਜਿਹੜੀ ਪਾਵਰ ਹੈ ਭਾਰਤ ਦੇ ਰਾਸ਼ਟਰਪਤੀ ਕੋਲ, ਵੀਟੋ ਲਗਾ ਸਕਦਾ ਹੈ ਉਹ। ਤਾਂ ਆਰਟੀਕਲ 111 ਦੇ ਤਹਿਤ ਉਹ ਕਿਸੇ ਵੀ ਬਿੱਲ ਨੂੰ ਰੋਕ ਸਕਦਾ ਹੈਗਾ, ਜਿਹਦੇ ਉੱਪਰ ਉਹ ਐਬਸੋਲੂਟ ਵੀਟੋ, ਸਸਪੈਂਸ਼ਨ ਵੀਟੋ ਤੇ ਪਾਕਟ ਵੀਟੋ ਦਾ ਇਸਤੇਮਾਲ ਕਰ ਸਕਦਾ ਹੈ। 37 ਨੰਬਰ ਕੁਐਸਚਨ ਦੇਖੋ, ਅਨੁਛੇਦ 108 ਦੇ ਤਹਿਤ ਲੋਕ ਸਭਾ ਤੇ ਰਾਜ ਸਭਾ ਦੀ ਸਾਂਝੀ ਬੈਠਕ ਬੁਲਾਈ ਜਾਂਦੀ ਹੈ। ਕਿਹਦੇ ਦੁਆਰਾ? ਰਾਸ਼ਟਰਪਤੀ ਦੁਆਰਾ ਬੁਲਾਈ ਜਾਂਦੀ ਹੈ। ਸਿੰਪਲ ਕੁਐਸਚਨ। 38 ਨੰਬਰ, ਨਿਮਨ ਲਿਖਤ ਵਿੱਚੋਂ ਕਿਸੇ ਭੂਗੋਲਿਕ ਖੇਤਰ ਨੂੰ ਅਨੁਸੂਚਿਤ ਖੇਤਰ ਘੋਸ਼ਿਤ ਕਰਨ ਦਾ ਸੰਵਿਧਾਨਿਕ ਅਧਿਕਾਰ ਕਿਸ ਨੂੰ ਹੈ? ਤਾਂ ਇਹ ਅਧਿਕਾਰ ਦਿੱਤਾ ਗਿਆ ਭਾਰਤ ਦੇ ਰਾਸ਼ਟਰਪਤੀ ਨੂੰ। 38 ਨੰਬਰ ਦਾ 4th ਨੰਬਰ ਕੁਐਸਚਨ ਬਣ ਰਿਹਾ। 39 ਨੰਬਰ ਦੇਖੋ, ਇਹ ਨਿਸ਼ਚਿਤ ਕਰਨ ਦਾ ਅਧਿਕਾਰ ਹੈ ਕਿ ਕਿਹੜੀ ਜਾਤੀ ਅਨੁਸੂਚਿਤ ਮੰਨੀ ਜਾਵੇਗੀ। ਇਹ ਕਿਹਨੂੰ ਅਧਿਕਾਰ ਪ੍ਰਾਪਤ ਹੈ? ਠੀਕ ਹੈ, ਜਿਹੜੀ BC ਕੈਟਾਗਰੀ ਹੈਗੀ ਉਹ ਦਰਜਾ ਦੇ ਸਕਦੀ ਹੈ ਸਟੇਟ ਗੌਰਮੈਂਟ, ਮਤਲਬ ਰਾਜਪਾਲ ਦੇ ਸਕਦਾ ਇਹਨੂੰ। ਪਰ ਜੇ ਤੁਸੀਂ ਕਿਸੇ ਕੈਟਾਗਰੀ ਨੂੰ SC ਕੈਟਾਗਰੀ ਡਿਕਲੇਅਰ ਕਰਨਾ ਹੈ ਤਾਂ ਉਹ ਸਿਰਫ ਭਾਰਤ ਦਾ ਰਾਸ਼ਟਰਪਤੀ ਹੀ ਡਿਕਲੇਅਰ ਕਰੂਗਾ। ਠੀਕ ਹੈ। 40 ਨੰਬਰ ਕੁਐਸਚਨ ਦੇਖੋ, ਭਾਰਤੀ ਸੰਵਿਧਾਨ ਦਾ ਕਿਹੜਾ ਅਨੁਛੇਦ ਰਾਸ਼ਟਰਪਤੀ ਨੂੰ ਸੁਪਰੀਮ ਕੋਰਟ ਤੋਂ ਸਲਾਹ ਲੈਣ ਦਾ ਮਸ਼ਵਰਾ ਕਰਨ ਦੀ ਸ਼ਕਤੀ ਪ੍ਰਦਾਨ ਕਰਦਾ ਹੈ? ਆਪਾਂ ਪਹਿਲਾਂ ਕਰ ਚੁੱਕੇ ਹਾਂ। ਆਰਟੀਕਲ ਨੰਬਰ 143 ਦੇ ਤਹਿਤ ਭਾਰਤ ਦਾ ਰਾਸ਼ਟਰਪਤੀ ਸਲਾਹ ਲੈ ਸਕਦਾ ਸੁਪਰੀਮ ਕੋਰਟ ਦੀ, ਪਰ ਇਸ ਸਲਾਹ ਨੂੰ ਮੰਨਣਾ ਜਾਂ ਨਾ ਮੰਨਣਾ ਇਹ ਭਾਰਤ ਦੇ ਰਾਸ਼ਟਰਪਤੀ ਦੇ ਉੱਪਰ ਨਿਰਭਰ ਕਰਦਾ ਹੈ। 41 ਨੰਬਰ ਕੁਐਸਚਨ, ਨਿਮਨ ਲਿਖਤ ਵਿੱਚੋਂ ਕਿਸ ਦੀ ਨਿਯੁਕਤੀ ਭਾਰਤ ਦੇ ਰਾਸ਼ਟਰਪਤੀ ਕਰਦੇ ਹਨ? ਅਟਾਰਨੀ ਜਨਰਲ ਦੀ ਕਰਦੇ ਹੈ, ਬਿਲਕੁਲ ਕਰਦੇ ਹੈ। ਕੈਗ ਦੀ ਕਰਦੇ ਹੈ, ਰਾਜਾਂ ਦੇ ਰਾਜਪਾਲ ਦੀ ਕਰਦੇ, ਉਪਰੋਕਤ ਸਾਰੇ। ਤਾਂ ਇਹਦਾ ਆਨਸਰ ਆ ਜਾਊਗਾ ਜੀ 4th ਨੰਬਰ। 42 ਦੇਖੋ, ਨਿਮਨ ਵਿੱਚੋਂ ਕਿਹੜਾ ਸੰਵਿਧਾਨਿਕ ਵਿਸ਼ੇਸ਼ ਅਧਿਕਾਰ ਰਾਸ਼ਟਰਪਤੀ ਦਾ ਨਹੀਂ ਹੈ? ਸਧਾਰਨ ਬਿੱਲ ਨੂੰ ਪੁਨਰ ਵਿਚਾਰ ਲਈ ਭੇਜਣਾ ਹੈਗਾ ਬਈ, ਲੋਕ ਸਭਾ ਨੂੰ ਭੰਗ ਕਰਨਾ ਇਹ ਵੀ ਹੈਗਾ, ਬਿਲਕੁਲ ਹੈ। ਪ੍ਰਧਾਨ ਮੰਤਰੀ ਦੀ ਅਪਾਇੰਟ ਕਰਨਾ ਇਹ ਵੀ ਹੈਗਾ। ਤਾਂ ਕੀ ਨਹੀਂ ਹੈਗਾ? ਕਿਸੇ ਵੀ ਵਿੱਤੀ ਬਿੱਲ ਨੂੰ ਪੁਨਰ ਵਿਚਾਰ ਲਈ ਵਾਪਸ ਕਰ ਦੇਣਾ, ਤਾਂ ਇਹ ਨਹੀਂ ਹੈਗਾ ਇਹਦੇ ਵਿੱਚ। 43 ਨੰਬਰ ਕੁਐਸਚਨ ਦੇਖੋ, ਭਾਰਤ ਦੇ ਰਾਜ ਸਭਾ ਦੇ ਲਈ 12 ਮੈਂਬਰਾਂ ਦੀ ਅਪਾਇੰਟਮੈਂਟ ਕੌਣ ਕਰਦਾ ਹੈ? ਬਿਲਕੁਲ ਸਿੰਪਲ ਹੈ। ਇਹ 4 ਖੇਤਰਾਂ ਦੇ ਵਿੱਚੋਂ ਚੁਣੇ ਜਾਂਦੇ ਨੇ, ਸਾਹਿਤ ਦੇ ਵਿੱਚੋਂ, ਕਲਾ ਦੇ ਵਿੱਚੋਂ, ਵਿਗਿਆਨ ਦੇ ਵਿੱਚੋਂ ਤੇ ਸਮਾਜ ਸੇਵਾ ਦੇ ਵਿੱਚੋਂ। ਇਹ 4 ਸੈਕਟਰ ਨੇ ਜਿਨ੍ਹਾਂ ਦੇ ਵਿੱਚੋਂ ਰਾਸ਼ਟਰਪਤੀ ਰਾਜ ਸਭਾ ਦੇ 12 ਮੈਂਬਰਾਂ ਦੀ ਚੋਣ ਕਰਦਾ ਹੁੰਦਾ। ਐਂਗਲੋ ਇੰਡੀਅਨ ਮੈਂਬਰਾਂ ਨੂੰ ਕੌਣ ਚੁਣਦਾ ਹੈ? ਇਹ ਵੀ ਭਾਰਤ ਦਾ ਰਾਸ਼ਟਰਪਤੀ ਚੁਣਦਾ ਹੈ। 45 ਨੰਬਰ ਕੁਐਸਚਨ ਦੇਖੋ, ਭਾਰਤੀ ਸੰਵਿਧਾਨ ਭਾਰਤ ਦੇ ਰਾਸ਼ਟਰਪਤੀ ਨੂੰ ਕਿਹੜਾ ਅਧਿਕਾਰ ਨਹੀਂ ਦਿੰਦਾ? ਪ੍ਰਧਾਨ ਮੰਤਰੀ ਦੀ ਅਪਾਇੰਟਮੈਂਟ ਦਾ ਅਧਿਕਾਰ ਦਿੰਦਾ ਹੈ, ਰੱਖਿਆ ਬਲਾਂ ਦੇ ਸਰਵ ਉੱਚ ਕਮਾਂਡਰ ਦਾ ਅਧਿਕਾਰ ਦਿੰਦਾ ਹੈ, ਕਿਸੇ ਵੀ ਵਿਭਾਗ ਦੇ ਆਪਾਤਕਾਲੀਨ ਸਥਿਤੀ ਨੂੰ ਲਾਗੂ ਕਰਨ ਦਾ ਅਧਿਕਾਰ ਦਿੰਦਾ ਹੈ। ਕੀ ਨਹੀਂ ਦਿੰਦਾ ਹੈਗਾ? ਇਹ ਮੁੱਖ ਮੰਤਰੀ ਦੀ ਅਪਾਇੰਟਮੈਂਟ ਕਰਨ ਦਾ ਅਧਿਕਾਰ ਨਹੀਂ ਦਿੰਦਾ ਹੈਗਾ। ਇਸ ਕਰਕੇ ਆਨਸਰ ਬਣ ਜਾਊਗਾ 2। ਮੁੱਖ ਮੰਤਰੀ ਦੀ ਅਪਾਇੰਟ ਕਰਨ ਦਾ ਅਧਿਕਾਰ ਕਿਹਦੇ ਕੋਲੇ ਹੈਗਾ? ਇਹ ਹੈਗਾ ਰਾਜਪਾਲ ਕੋਲੇ। 46 ਦੇਖੋ ਜੀ ਕੁਐਸਚਨ, ਭਾਰਤ ਦੇ ਰਾਸ਼ਟਰਪਤੀ ਆਪਣੀਆਂ ਸ਼ਕਤੀਆਂ ਦਾ ਪ੍ਰਯੋਗ ਕਰਦੇ ਹਨ ਸਿੱਧੇ ਅਤੇ ਆਪਣੇ ਅਧੀਨ ਅਧਿਕਾਰੀਆਂ ਦੁਆਰਾ, ਮੰਤਰੀਆਂ ਦੁਆਰਾ, ਪ੍ਰਧਾਨ ਮੰਤਰੀ ਦੁਆਰਾ ਤੇ ਮੰਤਰੀ ਮੰਡਲ ਦੁਆਰਾ।
तो देखो प्रधानमंत्री द्वारा डायरैक्ट नहीं आ सकता, संविधान की कहता है आर्टिकल 53 एक साडा आर्टिकल 53 कहता भी संघ दी शक्तियां किहदे कोल नेगियां, भारत के राष्ट्रपति कोल ने। भारत का राष्ट्रपति इन्हां शक्तियां का इस्तेमाल या तो आप करूगा या अपने अधीनस्थ अधिकारियों की सहायता दे नाल करूगा। ठीक है, कई जणिਆਂ तुसीं सोचा होगा दिमाग के भी क्वेश्चन शायद मंत्री आऊगा, पर यदा आंसर आऊगा 1। ठीक है जी, तो ये आर्टिकल 53 के अकॉर्डिंग आऊगा आंसर इसका। 47 नंबर क्वेश्चन, भारत के राष्ट्रपति की वीटो शक्ति का स्वरूप की है? संपूर्ण वीटो, पॉकेट वीटो, निलंबनकारी वीटो। तो साढ़े कोले साढ़े भारत के राष्ट्रपति को 3 प्रकार की वीटो ने, एब्सोल्यूट वीटो, पॉकेट वीटो तो सस्पेंशन वीटो बोलते हैं। तो यह मतलब बता दूंगा जी सारे उपरोक्त सारे। लोक सभा को कौन भंग कर सकता है? राष्ट्रपति भंग करता है। ठीक है, 49 आर्टिकल 49 नंबर देखो क्वेश्चन, भारतीय संविधान का निम्नलिखित विचों किहड़ा अनुच्छेद भारत के राष्ट्रपति को अध्यादेश ऑर्डीनेंस जारी करने की शक्ति प्रदान करता है? तो साडा ऑर्डीनेंस जिहड़ा हैगा आर्टिकल नंबर 123 के तहत साडे संविधान के वर्णित किया गया है। इसका आंसर आऊगा जी 3 नंबर। 50 नंबर क्वेश्चन देखो, राष्ट्रपति द्वारा घोषित अध्यादेश की समावधि वध तो वध कितनी हो सकती है? 6 महीने होंगी है, 6.5 महीने, 7 महीने या 7.5 महीने। तो यदि अवधि होंगी है 6 महीने की। ऑर्डीनेंस की जी अवधि होंगी वो 6 महीने की होंगी है। 51 नंबर क्वेश्चन देखो, निम्नलिखित विचों किहड़ा विषय राष्ट्रपति के अध्यादेश जारी करने की शक्ति के तहत नहीं आता है? अध्यादेश जारी करना। ठीक है, किहड़े विषय के उपर जो राष्ट्रपति अध्यादेश जारी नहीं कर सकता? किसी कानून का निर्माण करना बिल्कुल हो सकता है, ये उपर नवा टैक्स लाना ये भी हो सकता है, बजट को पास करना ये भी हो सकता है। संविधान का संशोधन करने के उपर राष्ट्रपति अध्यादेश नहीं लैके आ सकते आर्टिकल 368 के तहत। ठीक है जी, 51 का 4th नंबर। 52 नंबर देखो, भारत राष्ट्रपति की माफ़ी की शक्ति की शक्ति है? एक तो यह विधानक शक्ति है, कार्यपालिका शक्ति है, इन्होंने कोई नहीं, या न्यायिक शक्ति है। तो यह न्यायिक शक्ति है। आर्टिकल नंबर 72 के जोड़ा वर्णन वो किया गया है साढ़े। 53 नंबर क्वेश्चन देखो, भारत में मौत की सज़ा प्राप्त अपराधी को माफ़ करने का अधिकार किसनों है? किनू है? सिर्फ तो सिर्फ भारत के राष्ट्रपति ने। फांसी की सज़ा जी है या मौत की सज़ा जी है इन्हू माफ़ करने का अधिकार सिर्फ सिर्फ भारत के राष्ट्रपति को होंदा, राजपाल को यह अधिकार नहीं होंदा है। 54 नंबर क्वेश्चन, निम्न विचों किहड़ी इहो जिही शक्ति जिहड़ी राष्ट्रपति को प्राप्त है पर राजपाल नहीं होंदी? कार्यपालिका शक्ति दोनों को होंदी है, वित्तीय शक्ति भी दोनों को होंदी है, विधानक शक्ति भी दोनों को होंदी है, सैनिक शक्ति नहीं दोनों को होंदी है। सैनिक शक्ति सिर्फ राष्ट्रपति को होंदी है, राजपाल को नहीं होंदी है। तो इसका आंसर बनूगा जी 2 नंबर, सैनिक शक्ति। 55 नंबर क्वेश्चन देखो, बिल्कुल शुरुआत तो भारत के राष्ट्रपति के अहुदे ते विराजे व्यक्तियों का निम्नलिखित विचों किहड़ा क्रम सही है? तो देखो पहला तो बिल्कुल गलत हो जाऊगा क्योंकि चक्रवर्ती राजगोपालचारिया भारत के राष्ट्रपति नहीं रहे। इत्थे भी गलत हो जाऊगा, ये भी नहीं रहे। इत्थे देख लेने आप, राजेंद्र प्रसाद पहले सी, दूसरे सी राधा कृष्ण, तीसरे सी जाकिर हुसैन, तो चौथे बनते हैं वी गिरी। इस करके ऑप्शन भी ये गलत हो जाऊगा। पहले सी राजेंद्र प्रसाद, दूसरे सी राधा कृष्ण, तीसरे सी जाकिर हुसैन, तो चौथे सी वी गिरी। इस करके ऑप्शन बन रही है सही साड़ी 5 नंबर का 4 नंबर। 56 देखो, सर्वसम्मति नाल चुने गए भारत के राष्ट्रपति किहड़े सी? जिहड़े सर्वसम्मति नाल चुने गए थे, जिन्होंने कहने भी निर्विरोध चुने गए राष्ट्रपति। निर्विरोध हुण तक सिर्फ एक ही राष्ट्रपति चुने गए निर्विरोध, वो सीगे एन संजीवा रेड्डी, नीलम संजीवा रेड्डी। यह बन रहा है जी 56 का 3 नंबर क्वेश्चन, 3 नंबर आंसर। 57 नंबर देखो, निम्नलिखित विचों किस मुख्य जज ने राष्ट्रपति के रूप के भी काम किया है? ठीक है, जदों राष्ट्रपति ना हो तो वाइस प्रेजिडेंट ना हो तो फिर CJ काम करता है। तो हुण तक सिर्फ एक ही होए ने, जस्टिस M हिदायतुल्ला, जिन्होंने काम किया राष्ट्रपति के अहुदे ते। 58 नंबर, निम्न विचों कौन राष्ट्रपति होने तो पहला भारत के उप राष्ट्रपति अहुदे ते विराजमान नहीं रहा? S राधा कृष्ण रहे ने, डॉक्टर जाकिर हुसैन भी रहे ने, R वेंकट रमन भी रहे ने, नीलम संजीवा रेड्डी रही ने। यह लोक सभा के स्पीकर रहे ने पहला। भारत के किस राष्ट्रपति ने लगातार 2 कार्यकाल पूरे किए हैं? तो एक ही राष्ट्रपति हुए हैं जिन्होंने 2 कार्यकाल पूरे किए, डॉक्टर राजेंद्र प्रसाद। 59 का 2 आंसर। 60 नंबर क्वेश्चन देखो, श्रीमती प्रतिभा पाटिल भारत के गणतंत्र के किन्नवें राष्ट्रपति रूप में काम करते थे? तो जोड़े मौजूदा राष्ट्रपति ने साढ़े 14वें राष्ट्रपति ने।
ये 14वें ने। 13वें सीगे 13वें सीगे साडे प्रणब मुखर्जी। ये काम करते सी 12वें राष्ट्रपति के तौर पर, ठीक है जी। 60 नंबर का थ्री आऊगा। 61 नंबर क्वेश्चन देखो, किहड़ा कथन गलत है। राष्ट्रपति अहुदे लई घट्टो घट्ट उम्र 35 साल निश्चित है, बिल्कुल सही है। उपराष्ट्रपति राज सभा का सभापति हुंदा है, ये भी बिल्कुल सही है। उपराष्ट्रपति की चोण भारत का राष्ट्रपति करता है, ये गलत है। भारत के पहले राष्ट्रपति राजेंद्र प्रसाद सीगे, तो बिल्कुल सही है। तो यह आंसर बन जाएगा जी 3 नंबर। 62 देखो, निम्नलिखित विचों किहड़ा उपराष्ट्रपति राष्ट्रपति अपॉइंट नहीं होया। इन्हां विचों एम हिदायतुल्ला, ये भी कुछ समय तक राष्ट्रपति रहे ने, ये साढ़े उपराष्ट्रपति भी रहे ने, तो CGI भी सीगे, उपराष्ट्रपति भी रहे ने, तो कुछ समय राष्ट्रपति के अहुदे भी काम किया इन्होंने। आर वेंकटरमन भी रहे ने, जाकिर हुसैन भी रहे ने, कृष्णकांत जिहड़े सी ये उपराष्ट्रपति सीगे, जिहड़े राष्ट्रपति नहीं बन सके हैगे। 63 नंबर देखो, सुप्रीम कोर्ट द्वारा दी गई सलाह भारत के राष्ट्रपति लई मनना जरूरी है, जरूरी नहीं है, कुछ निश्चित मामलों में जरूरी है, उपरोक्त कुछ कोई नहीं। तो यह जरूरी नहीं है। भारत के राष्ट्रपति इन्हू सलाह मनन या ना मनन, ये कोई कंपलसरी नहीं होंदा, जरूरी नहीं हैगा। 64 नंबर क्वेश्चन देखो, भारत का राष्ट्रपति चुने जाने वाले पहले गैर कांग्रेसी उम्मीदवार कौन सीगे। पहले गैर कांग्रेसी, इस तो पहला सारे उम्मीदवार जिहड़े कांग्रेस के सीगे। पहले गैर कांग्रेसी जिन्होंने आज़ाद इलैक्शन लड़ी सीगी, तो वह सीगे जी साडे VV गिरी। यह बनूगा जी फर्स्ट आंसर। इसने आज़ाद उम्मीदवार के तौर पर दोबारा फिर क्वेश्चन आ रहा है, राष्ट्रपति चोन लड़ी सी, तो यह भी आंसर आऊगा VV गिरी। निम्न विचों भारत का पहला कार्यवाहक राष्ट्रपति सीगा, टैंपरेरी राष्ट्रपति चुने गए सी, कौन सी जी कार्यवाहक। तो कार्यवाहक सी पहले VV गिरी जी। VV गिरी उपराष्ट्रपति सीगे। जाकिर हुसैन की मौत हो गई सी, इन्होंने रिजाइन करता सी अहुदे तो, ठीक है। तो इन्होंने कार्यवाहक राष्ट्रपति तौर पर भी काम किया हुआ है। 67 नंबर देखो, निम्न विचों किहड़ा कथन सही नहीं है। भारत का राष्ट्रपति चुनिया जाता है 5 साल की अवधि लई, बिल्कुल सही है। वह अपने अहुदे तो त्यागपत्र प्रधानमंत्री को दिंदा है, बिल्कुल गलत है। वो लाभ का अहुदा नहीं रख सकता, ये भी सही, ठीक है। किसी भी सदन का मैंबर नहीं होता, यह भी बिल्कुल सही है। तो आंसर की आना सी 2 नंबर, ठीक है जी। 68 नंबर, भारतीय संविधान के तहत आपातकाल घोषित करने की शक्ति निम्नलिखित में किसनों सौंपी गई है। आपातकाल तुहानूं पता है भी आर्टिकल नंबर 352, 356 तो 360 के तहत जिहड़ा भारत के राष्ट्रपति दीआं आपातकालीन शक्तियां नहीं हैं, ठीक है। आपातकाल वैसे आर्टिकल 352 का लगता है, यह राष्ट्रपति शासन लगता है, तो यह वित्तीय आपातकाल लगता है, ये भारत के राष्ट्रपति को नहीं गया। 69 नंबर देखो क्वेश्चन, भारतीय संविधान के किस अनुच्छेद में राष्ट्रपति द्वारा माफ़ी का प्रबंध किया गया है। तो माफ़ी का प्रबंध है जी आर्टिकल नंबर 72 के विच। आंसर बन रहा है जी 3 नंबर। लास्ट क्वेश्चन देखो, निम्नलिखित विचों भारत का राष्ट्रपति किस दी नियुक्ति नहीं करता। तो किहदी नहीं करता हैगा, भारत का राष्ट्रपति प्रधानमंत्री की करता है, बिल्कुल करता है। राजपाल की करता है, मुख्य चोण आयोग की करता है। मुख्य चोण आयोग मतलब इत्थे मुख्य चोण कमिश्नर आऊगा इत्थे। किहदी नहीं करता, उपराष्ट्रपति नहीं करता। उपराष्ट्रपति की चोण की जाती है, यह दोनों सदनों के जिहड़े पार्लीमेंट के मैंबर ने उन्होंने द्वारा की जाती है। तो इस करके आंसर इहदा बन रहा जी 1, ठीक है। ये सीगे साडे राष्ट्रपति के नाल रिलेटेड टॉपिक्स दे नाल आए हुए क्वेश्चन MCQ, तो तुहानूं हैल्प करनगे तुहाडे आने वाले एग्जाम दे विच। आई होप कि तुहानूं ये वीडियो पसंद आई होगी। तो जे तुहानूं वीडियो पसंद आती तो प्लीज़ इन्हूं तुसीं लाइक करियो, इन्हूं शेयर भी कर दिओ। तो जे तुसीं साडे चैनल नूं सबसक्राइब नहीं किया है तक, तो साडे चैनल प्लीज़ सबसक्राइब भी कर दिओ। थैंक यू, मिलते हैं नैक्सट वीडियो दे विच।